ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 3 ਹਫ਼ਤਿਆਂ ਦੇ ਲਈ ਸਖਤੀਆਂ, ਅੱਜ ਰਾਤ ਤੋਂ ਸਖਤੀਆਂ ਲਾਗੂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1000 ਕਿਲੋਗ੍ਰਾਮ ਅਫੀਮ ਬਰਾਮਦ, ਸਮੁੰਦਰੀ ਰਸਤੇ ਲੈ ਕੇ ਜਾ ਰਹੇ ਸਨ ਅਫੀਮ। ਠੰਡ ਦੇ ਮੌਸਮ ਦੇ ਵਿੱਚ ਵੀ ਕਿਸਾਨਾਂ ਦੇ ਲਈ ਵੱਡਾ ਪ੍ਰਦਰਸ਼ਨ, ਕੱਲ ਕਿਸਾਨਾਂ ਦੇ ਲਈ ਕੈਨੇਡਾ ਤੋਂ ਆ ਸਕਦਾ ਹੈ ਵੱਡਾ ਫੈਸਲਾ। ਟਰੂਡੋ ਹੋਏ ਚੀਨ ਦੇ ਸਖਤ ਖਿਲਾਫ, ਚੁੱਕਿਆ ਮਨੁੱਖੀ ਅਧਿਕਾਰਾਂ ਦਾ ਮੁੱਦਾ। ਨਕਲੀ ਕਰੋਨਾ ਰਿਪੋਰਟ ਦਿਖਾਉਣ ਵਾਲਿਆਂ ਦੇ ਉੱਪਰ ਕੈਨੇਡਾ ਸਖਤ, 30 ਨਕਲੀ ਕਰੋਨਾ ਰਿਪੋਰਟ ਦਿਖਾਉਣ ਵਾਲੇ ਕੀਤੇ ਕਾਬੂ। ਕੈਨੇਡਾ ਵੱਲੋਂ ਪੀਆਰ ਔਰਤ ਡਿਪੋਰਟ, ਕਈ ਦੋਸ਼ਾਂ ਦੇ ਹੇਠ ਹੋਈ ਸੀ ਜੇਲ੍ਹ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਸਖਤੀਆਂ ਕਰਨ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਕੋਰੋਨਾ ਦੇ ਕਰਕੇ 3 ਹਫ਼ਤਿਆਂ ਦੇ ਲਈ ਇੱਥੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ, ਜਿਨ੍ਹਾਂ ਦੀ ਸ਼ੁਰੂਆਤ ਅੱਜ ਰਾਤ ਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਦੇ ਉੱਪਰ ਕਿਹਾ ਗਿਆ ਕਿ ਰੈਸਟੋਰੈਂਟ ਅਤੇ ਬਾਰ ਦੇ ਅੰਦਰ ਬੈਠ ਕੇ ਖਾਣਾ ਮਨਾਹੀ ਹੋਵੇਗੀ। ਇਸ ਦੇ ਨਾਲ ਹੀ ਧਾਰਮਿਕ ਸਥਾਨਾਂ ਦੇ ਉੱਪਰ ਵੀ ਸਖਤੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ 3 ਹਫ਼ਤਿਆਂ ਦੇ ਵਾਸਤੇ ਸਰਕਟ ਬ੍ਰੇਕਰ ਸਟਾਈਲ ਲਾਕਡਾਊਨ ਦਾ ਐਲਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕਦਮ ਕੋਰੋਨਾ ਮਾਮਲਿਆਂ ਦੇ ਵਿੱਚ ਵਾਧਾ ਹੋ ਰਿਹਾ ਸੀ, ਜਿਸ ਨੂੰ ਕੰਟਰੋਲ ਕਰਨ ਦੇ ਕਰਕੇ ਅੱਜ ਪ੍ਰੀਮੀਅਰ ਵੱਲੋਂ ਖਾਸ ਐਲਾਨ ਕੀਤਾ ਗਿਆ। ਜੋ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ, ਉਸ ਦੀ ਸ਼ੁਰੂਆਤ ਅੱਜ ਰਾਤ ਤੋਂ ਹੋਵੇਗੀ, ਜੋ ਕਿ ਅਗਲੇ 3 ਹਫ਼ਤਿਆਂ ਦੇ ਲਈ ਲਾਗੂ ਰਹਿਣਗੀਆਂ। ਦੱਸ ਦਈਏ ਕਿ ਅੱਜ ਰਾਤ ਤੋਂ ਸਾਰੇ ਰੈਸਟੋਰੈਂਟ, ਬਾਰ ਦੇ ਵਿੱਚ ਅੰਦਰ ਬਹਿ ਕੇ ਖਾਣਾ ਬੰਦ ਕਰ ਦਿੱਤਾ ਗਿਆ ਹੈ। ਤੁਸੀਂ ਸਿਰਫ ਜਾਂ ਫਿਰ ਇੱਥੋਂ ਖਾਣਾ ਟੇਕ ਆਊਟ ਕਰ ਸਕਦੇ ਹੋ ਜਾਂ ਖਾਣੇ ਦੀ ਡਿਲੀਵਰੀ ਕਰਵਾ ਸਕਦੇ ਹੋ। ਜੇਕਰ ਰੈਸਟੋਰੈਂਟ, ਬਾਰ ਦੇ ਬਾਹਰ ਬੈਠ ਕੇ ਖਾਣ ਦਾ ਪ੍ਰਬੰਧ ਹੋਵੇਗਾ ਤੇ ਉੱਥੇ ਬੈਠ ਕੇ ਖਾ ਸਕਦੇ ਹੋ। ਧਾਰਮਿਕ ਸਥਾਨਾਂ ਦੇ ਉੱਪਰ ਵੀ ਸਖਤੀ ਦਾ ਐਲਾਨ ਕੀਤਾ ਗਿਆ, ਜਿਸ ਦੀ ਜਾਣਕਾਰੀ ਕੁਝ ਸਮੇਂ ਬਾਅਦ ਦਿੱਤੀ ਜਾਵੇਗੀ। ਕਿਹਾ ਗਿਆ ਹੈ ਕਿ ਜਿਮ ਅਤੇ ਧਾਰਮਿਕ ਸਥਾਨਾਂ ਦੇ ਉੱਪਰ ਵੀ ਹੁਣ ਸਖਤੀ ਹੋਵੇਗੀ। ਇਸ ਦੇ ਨਾਲ ਹੀ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਾਨ ਐਸੈਂਸ਼ੀਅਲ ਟਰੈਵਲ ਤੋਂ ਪਰਹੇਜ਼ ਕਰਨ। And I want to start by saying that since the pandemic began, Dr. Henry, Minister Dix, and I have been focused on one thing, and that is keeping British Columbians safe. And we've been making great progress in British Columbia, and oftentimes I've taken to this podium without Dr. Henry and Minister Dix as they conducted their regular engagement with British Columbians while I took care of other issues that required attention as we came through the pandemic. But the past couple of weeks have put significant challenges in front of all of us, and I wanted to be here with them today to talk about those 2 primary issues. The first, of course, is the increase in case counts over the past 10 days or so. Dr. Henry and Minister Dix will get into the details of that, but during the past week, case counts have risen unacceptably high, in fact, higher today than at the worst point of the second wave between November and January of this year. The percentages of tests coming back positive has gone up by 50% in some areas, and the number of variants in British Columbia has also increased. Again, Dr. Henry will talk about the science and the details of that. I wanted to be here to say to British Columbians that we have made such great progress together, focusing on our collective well-being, individual actions to protect the greater good. And we've come a great distance, but we cannot blow it now. We're so close to the end. Our vaccine program is ahead of schedule. We have a whole range of positive outcomes from the work that we have all been doing, but we're not through. We have weeks and weeks to go, and we need to redouble our efforts to focus on individual responsibility for the greater good. ਬ੍ਰਿਟਿਸ਼ ਕੋਲੰਬੀਆ ਤੋਂ 1000 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ, ਜਿਸ ਨੂੰ ਸਮੁੰਦਰ ਦੇ ਰਸਤੇ ਤੋਂ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਵੱਡੀ ਮਾਤਰਾ ਦੇ ਵਿੱਚ ਅਫੀਮ ਬਰਾਮਦ ਕੀਤੀ। ਉਸ ਤੋਂ ਬਾਅਦ ਪੁਲਿਸ ਨੇ ਅਫੀਮ ਨੂੰ ਬਦਲ ਕੇ ਰੱਖ ਦਿੱਤਾ ਤਾਂ ਕਿ ਜੋ ਵੀ ਇਸ ਨੂੰ ਲੈਣ ਆਏਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, 6ਵਾਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਅਜੇ ਇਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ, ਕਿਉਂਕਿ ਇਹਨਾਂ ਦੇ ਉੱਪਰ ਕੋਈ ਵੀ ਫਿਲਹਾਲ ਚਾਰजेस ਨਹੀਂ ਲਗਾਏ ਗਏ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬਾਰਡਰ ਆਫੀਸਰਸ ਦੇ ਵੱਲੋਂ 1000 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਰਸਤੇ ਰਾਹੀਂ ਕੰਟੇਨਰਾਂ ਦੇ ਵਿੱਚ ਲੁਕਾ ਕੇ 1000 ਕਿਲੋਗ੍ਰਾਮ ਅਫੀਮ ਨੂੰ ਲੈ ਕੇ ਜਾਇਆ ਜਾ ਰਿਹਾ ਸੀ, ਜੋ ਕਿ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋਂ ਬਰਾਮਦ ਕੀਤੀ ਗਈ। ਦੱਸਿਆ ਗਿਆ ਹੈ ਕਿ ਇਹ ਜੋ ਵੱਡੀ ਮਾਤਰਾ ਦੇ ਵਿੱਚ ਅਫੀਮ ਜ਼ਬਤ ਕੀਤੀ ਗਈ ਹੈ, ਇਸ ਦੀ ਬਾਜ਼ਾਰ ਦੇ ਵਿੱਚ ਕੀਮਤ $10 ਮਿਲੀਅਨ ਬਣਦੀ ਹੈ।
CBSA ਦੇ ਮੈਟਰੋ ਵੈਂਕੂਵਰ ਸਮੁੰਦਰੀ ਆਪਰੇਸ਼ਨ ਯੂਨਿਟ ਨੇ 2 ਕੰਟੇਨਰਾਂ ਦੀ ਜਾਂਚ ਦੌਰਾਨ 1000 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ। ਦੱਸਦੀਏ ਕਿ ਫਰਵਰੀ ਮਹੀਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ RCMP ਆਫਿਸਰਸ ਵੱਲੋਂ 2 ਕੰਟੇਨਰਾਂ ਦੀ ਜਾਂਚ ਦੇ ਵਾਸਤੇ ਵਾਰੰਟ ਜਾਰੀ ਕੀਤੇ ਗਏ। ਇਸ ਵਿੱਚੋਂ ਉਹਨਾਂ ਨੂੰ 2500 ਵਿਅਕਤੀਗਤ ਜਾਣੀ ਕਿ ਇੰਡੀਵਿਜੂਅਲ ਪੈਕੇਟ ਬਰਾਮਦ ਹੋਏ, ਜਿਸ ਵਿੱਚ ਹਰ ਇੱਕ ਦਾ ਭਾਰ 400 ਗ੍ਰਾਮ ਦਾ ਸੀ। RCMP ਅਤੇ CBSA ਮੈਟਰੋ ਵੈਂਕੂਵਰ ਦੇ ਵੱਲੋਂ ਇਹਨਾਂ ਨੂੰ ਬਦਲ ਕੇ ਰੱਖਿਆ ਗਿਆ ਤਾਂ ਕਿ ਜਦੋਂ ਕੋਈ ਇਹਨਾਂ ਨੂੰ ਲੈਣ ਵਾਸਤੇ ਆਵੇ ਤਾਂ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਫਰਵਰੀ 12 ਨੂੰ ਕੰਟੇਨਰਸ ਨੂੰ ਪਿਕ ਕਰਕੇ ਸਰੀ ਵੇਅਰ ਹਾਊਸ ਦੇ ਵਿੱਚ ਲੈ ਕੇ ਜਾਇਆ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚੋਂ 1 ਵੈਂਕੂਵਰ ਦੇ ਨਾਲ ਸੰਬੰਧਿਤ ਅਤੇ 4 ਓਨਟਾਰੀਓ ਦੇ ਨਾਲ ਸੰਬੰਧਿਤ ਸਨ। ਇਹਨਾਂ ਸਾਰਿਆਂ ਨੂੰ ਵੇਅਰ ਹਾਊਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ 6ਵਾਂ ਵਿਅਕਤੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹ ਮੌਕੇ ਤੋਂ ਫਰਾਰ ਹੋ ਗਿਆ। ਇਹ ਜਿਹੜੇ 5 ਵਿਅਕਤੀਆਂ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ, ਉਹਨਾਂ ਦੇ ਨਾਮ ਅਜੇ ਜਨਤਕ ਨਹੀਂ ਕੀਤੇ ਗਏ ਕਿਉਂਕਿ ਉਹਨਾਂ ਦੇ ਉੱਪਰ ਅਜੇ ਕੋਈ ਵੀ ਚਾਰजेस ਨਹੀਂ ਲਗਾਏ ਗਏ। ਵੈਂਕੂਵਰ ਦੇ ਵਿੱਚ ਠੰਡ ਦਾ ਮੌਸਮ ਸੀ, ਪਰ ਫਿਰ ਵੀ ਭਾਰਤ ਦੇ ਕਿਸਾਨਾਂ ਦੇ ਲਈ ਇੱਥੇ ਪ੍ਰਦਰਸ਼ਨ ਕੀਤਾ ਗਿਆ। ਜਿਸ ਤਰ੍ਹਾਂ ਤੈਅ ਕੀਤਾ ਗਿਆ ਸੀ ਕਿ ਸਲੀਪ ਆਊਟ ਪ੍ਰੋਟੈਸਟ ਇੱਥੇ ਕੀਤਾ ਜਾਵੇਗਾ, ਉਸੇ ਤਰ੍ਹਾਂ ਕੀਤਾ ਗਿਆ। ਨਾਲ ਦੀ ਨਾਲ ਦੱਸ ਦਈਏ ਕਿ ਕੱਲ ਨੂੰ ਕੈਨੇਡਾ ਤੋਂ ਇੱਕ ਵੱਡਾ ਫੈਸਲਾ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਆ ਸਕਦਾ ਹੈ, ਜਿੱਥੇ ਇੱਕ ਮਤਾ ਜਿਹੜਾ ਹੈ ਕਿਸਾਨੀ ਦੇ ਨਾਲ ਸੰਬੰਧਿਤ, ਉਸ ਦੇ ਨਾਲ ਸੰਬੰਧਿਤ ਵੋਟਾਂ ਕਰਵਾਈਆਂ ਜਾ ਰਹੀਆਂ ਨੇ ਤੇ ਉਸ ਨੂੰ ਪਾਸ ਕੀਤਾ ਜਾ ਸਕਦਾ ਹੈ। ਚਾਹੇ ਜਿੰਨਾ ਵੀ ਖਰਾਬ ਮੌਸਮ ਹੋਵੇ, ਜਿੰਨੀ ਵੀ ਠੰਡ ਹੋਵੇ, ਕਿਸਾਨਾਂ ਦੇ ਲਈ ਜੋ ਕੈਨੇਡਾ ਦੇ ਵਿੱਚ ਅੰਦੋਲਨ ਕੀਤਾ ਜਾ ਰਿਹਾ ਹੈ, ਇਸ ਦੇ ਰਾਹ ਦਾ ਰੋੜਾ ਨਹੀਂ ਬਣ ਸਕਦਾ। ਜੀ ਹਾਂ, ਵੈਂਕੂਵਰ ਆਰਟ ਗੈਲਰੀ ਦੇ ਵਿੱਚ ਕਿਸਾਨਾਂ ਦੇ ਲਈ ਇੱਕ ਸਲੀਪ ਆਊਟ ਪ੍ਰੋਟੈਸਟ ਕੀਤਾ ਗਿਆ। ਇਸ ਮੌਕੇ ਬਹੁਤ ਜ਼ਿਆਦਾ ਠੰਡ ਸੀ, ਪਰ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ, ਜਿੱਥੇ ਸਲੀਪ ਆਊਟ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਾ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਕਿਸਾਨੀ ਹੱਕ ਦੇ ਵਿੱਚ ਨਾਅਰੇ ਵੀ ਲਗਾਏ ਗਏ ਅਤੇ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਮੌਕੇ ਖਾਲੀ ਜੁੱਤੀਆਂ ਰੱਖ ਕੇ तमाम ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਕਿਸਾਨ ਅੰਦੋਲਨ ਦੇ ਦੌਰਾਨ ਆਪਣੀ ਜਾਨ ਗਵਾਈ। ਇਸ ਦੇ ਨਾਲ ਹੀ ਕੱਲ੍ਹ ਨੂੰ ਇੱਕ ਹੋਰ ਕਿਸਾਨੀ ਹੱਕ ਦੇ ਵਿੱਚ ਵੱਡਾ ਐਲਾਨ ਹੋ ਸਕਦਾ ਹੈ, ਜਿੱਥੇ ਵੈਂਕੂਵਰ ਸਿਟੀ ਕੌਂਸਲ ਵੱਲੋਂ ਮੋਸ਼ਨ ਤੇ VOTING ਕਰਵਾਈ ਜਾਵੇਗੀ। ਇਹ ਕਿਸਾਨਾਂ ਦੇ ਲਈ ਮਤਾ ਕੌਂਸਲਰ ਵੱਲੋਂ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਰਚ 9 ਨੂੰ ਵੀ ਅਜਿਹਾ ਕਿਸਾਨੀ ਦੇ ਨਾਲ ਸੰਬੰਧਿਤ ਮਤਾ ਵੈਂਕੂਵਰ ਸਿਟੀ ਕੌਂਸਲ ਦੇ ਵਿੱਚ ਲਿਆਂਦਾ ਗਿਆ ਸੀ। ਇਸ ਮੌਕੇ ਦੇ ਉੱਪਰ तमाम ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਸੀਂ ਵੈਂਕੂਵਰ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਤੁਹਾਡੇ ਪਰਿਵਾਰ ਦਾ ਜਾਂ ਫਿਰ ਤੁਹਾਡਾ ਕੋਈ ਦੋਸਤ ਇੱਥੇ ਰਹਿੰਦਾ ਹੈ ਤਾਂ ਫਿਰ ਕਿਸਾਨਾਂ ਦੇ ਬਾਰੇ ਵਿੱਚ ਇਸ ਮਤੇ ਦੇ ਨਾਲ ਸੰਬੰਧਿਤ ਈਮੇਲ ਜ਼ਰੂਰ ਕੀਤੀ ਜਾਵੇ ਅਤੇ ਤੁਸੀਂ ਵੀ ਕਿਸਾਨਾਂ ਦੇ ਨਾਲ ਆਪਣੀ ਸਪੋਰਟ ਦਿਖਾ ਸਕਦੇ ਹੋ। ਇਸ ਮੌਕੇ ਕਾਉਂਸਲਰਸ ਦੀਆਂ ਈਮੇਲ ਵੀ ਸਾਂਝੀਆਂ ਕੀਤੀਆਂ ਗਈਆਂ, ਜਿਸ ਦੇ ਉੱਪਰ ਈਮੇਲ ਕਰਕੇ ਤੁਸੀਂ ਭਾਰਤ ਦੇ ਕਿਸਾਨਾਂ ਦੇ ਨਾਲ ਆਪਣਾ ਯੋਗਦਾਨ ਦਿਖਾ ਸਕਦੇ ਹੋ। ਜਿੱਦਾਂ ਭਾਜੀ ਨੇ ਦੱਸਿਆ ਪਹਿਲਾਂ ਕਿ ਵੀ ਅੱਜ ਵੈਦਰ ਥੋੜਾ ਖਰਾਬ ਸੀਗਾ, ਹਨੇਰੀ ਚੱਲੀ ਸੀ ਤੇ ਬਲਕਿ ਸਾਨੂੰ ਤਾਂ ਇਹ ਲੱਗਦਾ ਵੀ ਹੋ ਸਕਦਾ ਸਾਡੇ ਹੌਸਲਿਆਂ ਦੀ ਪਰਖ ਹੋ ਰਹੀ ਸੀ, ਪਰ ਸਾਡੇ ਹੌਸਲੇ ਬੁਲੰਦ ਨੇ ਤੇ ਸਾਡੀ ਕੋਸ਼ਿਸ਼ ਇਹ ਸੀਗੀ ਵੀ ਜਿੱਦਾਂ ਦਾ ਦਿੱਲੀ 'ਚ ਮਾਹੌਲ ਹੈ ਵੀ ਉਸ ਤਰ੍ਹਾਂ ਦਾ ਮਾਹੌਲ ਅਸੀਂ ਇੱਥੇ ਕ੍ਰੀਏਟ ਕਰੀਏ, ਵੀ ਅਸੀਂ ਉਹਨਾਂ ਵਾਂਗੂ ਹੀ ਸੜਕਾਂ ਤੇ ਸੋਈਏ ਤੇ ਬਿਲਕੁਲ ਉੱਦਾਂ ਦਾ ਹੀ ਬਣ ਚੁੱਕਾ ਵੈਦਰ ਨੇ, ਉੱਦਾਂ ਦਾ ਹੀ ਬਣਾਦਾ। ਸਾਡੇ ਸਿਰ ਤੇ ਖੁੱਲ੍ਹਾ ਆਸਮਾਨ ਹੈਗਾ, ਕੋਈ ਸਾਡੇ ਕੋਲ ਛੱਤ ਨਹੀਂ ਹੈ ਤੇ ਅਸੀਂ ਖੁੱਲ੍ਹੇ ਆਸਮਾਨ ਹੇਠ ਹੈ ਜਿਹੜਾ ਅਸੀਂ ਜਿਵੇਂ ਉੱਥੇ ਕਿਸਾਨ ਮਜ਼ਦੂਰ ਡਟੇ ਹੋਇਆ ਉਹਨਾਂ ਵਾਂਗੂ ਇੱਥੇ ਡਟਾਂਗੇ ਤੇ ਲੱਗੇ ਰਹਾਂਗੇ ਜੀ। -2 ਦਾ ਟੈਂਪਰੇਚਰ ਹੋਣਾ ਅੱਜ ਰਾਤ ਨੂੰ, ਜਿੱਥੇ ਤੱਕ ਵੈਦਰ ਦੱਸਿਆ ਜਾ ਰਿਹਾ ਤੇ ਆਪਾਂ ਇਦਾਂ ਹੀ ਬਸ ਖੁੱਲੇ ਆਸਮਾਨ ਥੱਲੇ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਪੈਣਾ। ਪ੍ਰਧਾਨ ਮੰਤਰੀ ਟਰੂਡੋ ਚੀਨ ਦੇ ਖਿਲਾਫ ਸਖਤ ਹੁੰਦੇ ਹੋਏ ਦਿਖਾਈ ਦੇ ਰਹੇ ਨੇ, ਜਿੱਥੇ ਉਹਨਾਂ ਨੇ ਚਾਈਨਾ ਤੋਂ ਇਹ ਸਵਾਲ ਪੁੱਛਿਆ ਕਿ ਉਈਗਰ ਜਿਹੜੀ ਪੋਪੂਲੇਸ਼ਨ ਹੈ, ਆਬਾਦੀ ਹੈ, ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ, ਇਸ ਦੇ ਬਾਰੇ ਵਿੱਚ ਪੂਰੇ ਵਿਸ਼ਵ ਨੂੰ ਜਾਣਕਾਰੀ ਦਿੱਤੀ ਜਾਵੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਇਹ ਜਿਹੜਾ ਸਵਾਲ ਹੈ ਉਹ ਚਾਈਨਾ ਤੋਂ ਪੁੱਛਿਆ ਗਿਆ। ਪ੍ਰਧਾਨ ਮੰਤਰੀ ਟਰੂਡੋ ਚੀਨ ਦੇ ਖਿਲਾਫ ਸਖਤ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਟਰੂਡੋ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਾਈਨਾ ਨੂੰ ਇਸ ਮਾਮਲੇ ਦੇ ਉੱਪਰ ਸਭ ਨੂੰ ਦੱਸਣਾ ਚਾਹੀਦਾ ਹੈ ਕਿ ਉਈਗਰਸ ਦੇ ਨਾਲ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਕੈਨੇਡਾ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਵੱਲੋਂ ਲਗਾਤਾਰ ਚਾਈਨਾ ਦੇ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਈਗਰ ਪੋਪੂਲੇਸ਼ਨ ਦੇ ਨਾਲ ਉਹਨਾਂ ਦਾ ਰਵੱਈਆ ਠੀਕ ਨਹੀਂ ਹੈ। ਦੱਸ ਦਈਏ ਕਿ ਪਹਿਲਾਂ ਇਹ ਇਲਜ਼ਾਮ ਯੂਨਾਈਟਿਡ ਸਟੇਟਸ, ਯੂਨਾਈਟਿਡ ਕਿੰਗਡਮ ਵੱਲੋਂ ਲਗਾਏ ਜਾ ਰਹੇ ਸੀ। ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਜਦੋਂ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਕੈਨੇਡਾ ਇਸ ਦੇ ਉੱਪਰ ਜ਼ਰੂਰ ਬੋਲਦਾ ਹੈ। ਇਹ ਗੱਲ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਯੂਨਾਈਟਿਡ ਨੇਸ਼ਨਸ ਪ੍ਰੈਸ ਕਾਨਫਰੰਸ ਦੇ ਦੌਰਾਨ ਕਹੀ ਗਈ। ਟਰੂਡੋ ਨੇ ਕਿਹਾ ਕਿ ਪੂਰਾ ਵਿਸ਼ਵ ਇਸ ਮਾਮਲੇ ਦੇ ਉੱਪਰ ਜਾਣਕਾਰੀ ਚਾਹੁੰਦਾ ਹੈ ਤੇ ਚਾਈਨਾ ਉਹਨਾਂ ਨੂੰ ਇਸ ਬਾਰੇ ਦੇ ਵਿੱਚ ਜ਼ਰੂਰ ਜਾਣਕਾਰੀ ਦੇਵੇ।
ਇਸ ਸੈਂਕਸ਼ਨਸ ਤੋਂ ਬਾਅਦ ਇੱਕ ਚਾਈਨੀਜ਼ ਸਰਕਾਰ ਦੇ ਆਫੀਸ਼ੀਅਲ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਧਾਨ ਮੰਤਰੀ ਟਰੂਡੋ ਨੂੰ ਬॉय ਕਿਹਾ ਗਿਆ, ਜਿਸ ਦੇ ਵਿੱਚ ਟਰੂਡੋ ਨੂੰ ਬॉय ਕਹਿ ਕੇ ਉਹਨਾਂ ਵੱਲੋਂ ਕਾਫੀ ਕੁਝ ਕਿਹਾ ਗਿਆ, ਜਿਸ ਦੇ ਵਿੱਚ ਉਸ ਆਫੀਸ਼ੀਅਲ ਨੇ ਕਿਹਾ ਕਿ ਤੁਹਾਡੇ ਵੱਲੋਂ ਚਾਈਨਾ ਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ ਨੂੰ ਖਰਾਬ ਕੀਤਾ ਜਾ ਰਿਹਾ ਹੈ ਤੇ ਇਹ ਤੁਹਾਡੀ ਸਭ ਤੋਂ ਵੱਡੀ ਅਚੀਵਮੈਂਟ ਹੈ। ਦੱਸ ਦਈਏ ਕਿ ਯੂਨਾਈਟਿਡ ਸਟੇਟਸ ਜਾਣੀ ਕਿ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਵੀ ਲਗਾਤਾਰ ਇਸ ਮੁੱਦੇ ਦੇ ਉੱਪਰ ਗੱਲ ਕਰਦਾ ਹੋਇਆ ਨਜ਼ਰ ਆਇਆ ਹੈ ਤੇ ਹੁਣ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਵੀ ਚਾਈਨਾ ਦੇ ਖਿਲਾਫ ਸਖਤੀ ਦਿਖਾਉਂਦਿਆਂ ਇਹ ਗੱਲ ਕਹੀ ਗਈ ਕਿ ਉਇਗਰ ਪੋਪੂਲੇਸ਼ਨ ਦੇ ਨਾਲ ਕਿਸ ਤਰ੍ਹਾਂ ਦਾ ਉਹਨਾਂ ਵੱਲੋਂ ਵਿਵਹਾਰ ਕੀਤਾ ਜਾ ਰਿਹਾ ਹੈ, ਇਸ ਦੇ ਬਾਰੇ ਪੂਰੇ ਸੰਸਾਰ ਨੂੰ ਜਾਣਕਾਰੀ ਦਿੱਤੀ ਜਾਵੇ। ਕੈਨੇਡਾ ਦੇ ਵਿੱਚ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਵੀ ਇੰਟਰਨੈਸ਼ਨਲ ਟਰੈਵਲਰ ਨੇ ਉਹਨਾਂ ਨੂੰ ਕੈਨੇਡਾ ਆਉਣ ਦੇ ਉੱਪਰ ਆਪਣੀ ਕਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ, ਪਰ ਫਿਰ ਵੀ ਕਈ ਲੋਕਾਂ ਵੱਲੋਂ ਇਸ ਦੇ ਨਾਲ ਸੰਬੰਧਿਤ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਰਡਰ ਆਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ ਦੇ ਦੌਰਾਨ ਹੁਣ ਤੱਕ 30 ਅਜਿਹੇ ਲੋਕ ਕਾਬੂ ਕੀਤੇ ਗਏ ਜਿਨ੍ਹਾਂ ਵੱਲੋਂ ਕੈਨੇਡਾ ਦਾਖਲ ਹੋਣ ਦੇ ਲਈ ਕਰੋਨਾ ਨੈਗੇਟਿਵ ਝੂਠੀ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕੈਨੇਡਾ ਬਾਰਡਰ ਅਫੀਸ਼ੀਅਲਸ ਵੱਲੋਂ ਅਜਿਹੇ 30 ਜਾਣਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਕੈਨੇਡਾ ਦੇ ਵਿੱਚ ਨਕਲੀ ਕੋਵਿਡ-19 ਟੈਸਟ ਦੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੱਸ ਦਈਏ ਕਿ CBSA ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜਨਵਰੀ 7 ਤੋਂ ਲੈ ਕੇ ਮਾਰਚ 24 ਦੇ ਦਰਮਿਆਨ 10 ਸਸਪੈਕਟਸ ਨੂੰ ਰੋਕਿਆ ਗਿਆ ਜਿਨ੍ਹਾਂ ਵੱਲੋਂ ਕਰੋਨਾ ਨੈਗੇਟਿਵ ਡਾਕੂਮੈਂਟ ਦਿਖਾ ਕੇ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਉਹਨਾਂ ਦੇ ਕਾਬੂ ਫਰਵਰੀ 15 ਤੋਂ ਲੈ ਕੇ ਮਾਰਚ 24 ਦੌਰਾਨ 20 ਜਾਣੇ ਆਏ। ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਦਾਖਲ ਹੋਣ ਵਾਲੇ ਹਰ ਇੰਟਰਨੈਸ਼ਨਲ ਟਰੈਵਲਰ ਨੂੰ ਆਪਣੀ ਕਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ। ਇਸ ਦੇ ਨਾਲ ਹੀ ਉਸ ਦਾ ਟੈਸਟ ਔਨ ਅਰਾਈਵਲ ਜਾਣੀ ਕਿ ਮੌਕੇ ਦੇ ਉੱਪਰ ਵੀ ਕਰੋਨਾ ਟੈਸਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਨੂੰ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਲਾਜ਼ਮੀ ਤੌਰ ਦੇ ਉੱਪਰ ਆਪਣੇ ਖਰਚੇ ਤੇ ਕੁਆਰੰਟਾਈਨ ਕਰਨਾ ਪਵੇਗਾ। ਪਰ ਇਸ ਦੌਰਾਨ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਵੱਲੋਂ ਨਕਲੀ ਕਰੋਨਾ ਰਿਪੋਰਟ ਦਿਖਾ ਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਿਹੜੇ 30 ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ ਹੈ, ਇਹਨਾਂ ਵਿੱਚੋਂ ਆਖਰੀ ਮਾਮਲਾ ਮਾਰਚ 21 ਨੂੰ ਸਾਹਮਣੇ ਆਇਆ ਸੀ ਜਦੋਂ CBSA ਵੱਲੋਂ ਕਰੋਨਾ ਰਿਪੋਰਟ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਉਹਨਾਂ ਨੂੰ ਪਤਾ ਚੱਲਿਆ ਕਿ ਉਸ ਦੀ ਰਿਪੋਰਟ ਨਕਲੀ ਹੈ। CBSA ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਵੇਗਾ ਤਾਂ ਉਸ ਨੂੰ 6 ਮਹੀਨੇ ਦੀ ਜੇਲ੍ਹ ਵੀ ਹੋ ਸਕਦੀ ਹੈ ਅਤੇ $7,50,000 ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ PR ਔਰਤ ਨੂੰ ਡਿਪੋਰਟ ਕੀਤਾ ਗਿਆ। ਦਰਅਸਲ ਇਸ ਦੇ ਉੱਪਰ ਜੋ ਦੋਸ਼ ਲੱਗੇ ਉਸ ਦੇ ਕਰਕੇ ਜੇਲ੍ਹ ਦੀ ਸਜ਼ਾ ਇਸ ਔਰਤ ਨੂੰ ਸੁਣਾਈ ਗਈ ਸੀ। 7 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਇਹ ਔਰਤ ਆਈ ਸੀ ਪਰ ਕੈਨੇਡਾ ਦੀ ਸਿਟੀਜ਼ਨਸ਼ਿਪ ਨਹੀਂ ਲੈ ਸਕੀ। ਉਸ ਦੇ ਕੁਝ ਕਾਰਨ ਸਨ। ਜਾਣਕਾਰੀ ਦਿੱਤੀ ਗਈ ਹੈ ਕਿ ਜੋ ਇਸ ਦੇ ਉੱਪਰ ਜੋ ਇਸ ਨੂੰ ਸਜ਼ਾ ਸੁਣਾਈ ਗਈ ਸੀ ਉਸ ਦੇ ਚੱਲਦਿਆਂ ਹੁਣ ਇਹ ਐਕਸ਼ਨ ਲੈਂਦਿਆਂ ਕਿਹਾ ਗਿਆ ਕਿ ਇਸ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ। ਕੈਨੇਡਾ ਦੇ ਵਿੱਚ ਗੰਭੀਰ ਦੋਸ਼ਾਂ ਦੇ ਹੇਠ ਇੱਥੋਂ ਦੀ PR ਨੂੰ ਡਿਪੋਰਟ ਕੀਤਾ ਗਿਆ। ਐਂਡੀਨਾ ਦੇ ਕੇਸ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਹੈ ਕਿ ਚਾਹੇ ਦੋਸ਼ੀ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੋਵੇ, ਤੁਸੀਂ ਚਾਹੇ ਇੱਥੋਂ ਦੇ PR ਹੋਵੋ, ਜੇ ਤੁਸੀਂ ਕੋਈ ਵੀ ਕ੍ਰਾਈਮ ਕਰਦੇ ਹੋ ਤਾਂ ਅਜਿਹਾ ਨਹੀਂ ਕਿ ਤੁਹਾਡੇ ਉੱਪਰ ਵੱਡੀ ਕਾਰਵਾਈ ਨਹੀਂ ਹੋ ਸਕਦੀ। ਐਂਡੀਨਾ ਜਰਮਨ ਸਿਟੀਜ਼ਨ ਹੈ ਜੋ ਕਿ 1975 ਦੇ ਵਿੱਚ PR ਦੇ ਤੌਰ ਦੇ ਉੱਪਰ ਕੈਨੇਡਾ ਆਈ ਜਦੋਂ ਉਸ ਦੀ ਉਮਰ ਮਹਿਜ਼ 7 ਸਾਲ ਦੀ ਸੀ। ਕੁਝ ਕਾਰਨਾਂ ਦੇ ਕਰਕੇ ਉਸ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਨਹੀਂ ਮਿਲ ਸਕੀ। ਦੱਸ ਦਈਏ ਕਿ ਐਂਡੀਨਾ ਨੂੰ ਕਈ ਗੰਭੀਰ ਦੋਸ਼ਾਂ ਦੇ ਹੇਠ ਗਿਲਟੀ ਪਾਇਆ ਗਿਆ। 2015 ਦੌਰਾਨ $5,000 ਦੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ। 2016 ਦੇ ਵਿੱਚ ਉਸ ਨੂੰ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। 2017 ਦੇ ਵਿੱਚ ਝੂਠੇ ਦਸਤਾਵੇਜ਼ਾਂ ਦੇ ਨਾਲ ਸੰਬੰਧਿਤ 2 ਦੋਸ਼ਾਂ ਦੇ ਹੇਠ ਉਸ ਨੂੰ 2 ਸਾਲ ਦੀ ਸਜ਼ਾ ਮਿਲੀ। ਇਸ ਦੇ ਨਾਲ ਹੀ 2017 ਦੇ ਵਿੱਚ ਐਂਡੀਨਾ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਵੱਲੋਂ ਇੱਕ ਨੋਟ ਭੇਜਿਆ ਗਿਆ ਜਿਸ ਦੇ ਵਿੱਚ ਐਂਡੀਨਾ ਨੂੰ ਪੁੱਛਿਆ ਗਿਆ ਕਿ ਉਸ ਨੂੰ ਕਿਉਂ ਕੈਨੇਡਾ ਦੇ ਵਿੱਚ ਰਹਿਣ ਦਿੱਤਾ ਜਾਵੇ। ਉਸ ਤੋਂ ਬਾਅਦ ਐਂਡੀਨਾ ਨੇ ਰਿਪਲਾਈ ਕੀਤਾ ਜਿਸ ਵਿੱਚ ਉਸਨੇ ਇੰਪਲੋਇਮੈਂਟ, ਆਪਣੀ ਧੀ ਦੇ ਨਾਲ ਰਿਸ਼ਤੇ ਅਤੇ ਬਾਕੀ ਸਾਰੇ ਪਰਿਵਾਰ ਦੇ ਰਿਸ਼ਤਿਆਂ ਦਾ ਹਵਾਲਾ ਦਿੱਤਾ। ਜਨਵਰੀ 2018 ਦੇ ਦੌਰਾਨ ਇੱਕ ਹੋਰ ਆਫੀਸਰ ਵੱਲੋਂ ਉਸ ਨੂੰ ਨੋਟ ਭੇਜਿਆ ਗਿਆ ਜਿਸ ਵਿੱਚ ਐਡਮਿਸਿਬਿਲਿਟੀ ਹੀਅਰਿੰਗ ਰეკਮੈਂਡ ਕੀਤੀ ਗਈ ਸੀ। ਲਾਇਰ ਵੱਲੋਂ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਫਿਰ ਐਂਡੀਨਾ ਵੱਲੋਂ ਫੈਡਰਲ ਕੋਰਟ ਦੇ ਵਿੱਚ ਵੀ ਅਪੀਲ ਕੀਤੀ ਗਈ ਪਰ ਇਸ ਮਾਮਲੇ ਦੇ ਵਿੱਚ ਫੈਸਲਾ ਇਸ ਔਰਤ ਦੇ ਪੱਖ ਦੇ ਵਿੱਚ ਨਹੀਂ ਆਇਆ। ਸਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਰਾਤ ਨੂੰ ਔਰਤ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ। ਇਸ ਦੇ ਜੋ ਸੱਟਾਂ ਲੱਗੀਆਂ ਗੰਭੀਰ ਹਾਲਤ ਦੱਸੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਇਸ ਮੌਕੇ ਦੇ ਉੱਪਰ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਇਸ ਦਾ ਤੁਹਾਡੇ ਨਾਲ ਕੋਈ ਵੀ
ਅਸਰ ਨਹੀਂ ਪਵੇਗਾ। ਇਹ ਜੋ ਮਾਮਲਾ ਵਾਪਰਿਆ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਡੇ ਕੋਲ ਇਸ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਵੇ। ਦੱਸ ਦਈਏ ਕਿ ਪੁਲਿਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਸਸਪੈਕਟ ਅਤੇ ਵਿਕਟਮ ਦੋਨੋਂ ਇੱਕ ਦੂਸਰੇ ਨੂੰ ਜਾਣਦੇ ਹੋਣ। ਰਾਤ ਸਮੇਂ ਸਰੀ ਦੇ ਵਿੱਚ ਇੱਕ ਔਰਤ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰੀ ਮਾਊਂਟੇਨਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਿਹਾ ਗਿਆ ਕਿ ਗੋਲੀ ਲੱਗਣ ਦੇ ਕਾਰਨ ਔਰਤ ਦੀ ਹਾਲਤ ਗੰਭੀਰ ਹੈ। ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਵਾਰਦਾਤ 11600 ਬਲਾਕ ਆਫ 113B ਐਵੀਨਿਊ ਦੇ ਵਿੱਚ ਵਾਪਰੀ। ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਸਪੈਕਟ ਮੌਕੇ ਵਾਰਦਾਤ ਤੋਂ ਚਲਾ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਇਸ ਵਾਰਦਾਤ ਤੋਂ ਬਾਅਦ ਕੋਈ ਵੀ ਖਤਰਾ ਨਹੀਂ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵਿਕਟਮ ਅਤੇ ਸਸਪੈਕਟ ਇੱਕ ਦੂਸਰੇ ਨੂੰ ਜਾਣਦੇ ਹਨ। ਦੱਸ ਦਈਏ ਕਿ ਸਰੀ ਦੇ ਵਿੱਚ ਇਹ ਇਸ ਸਾਲ ਦਾ 8ਵਾਂ ਗੋਲੀਬਾਰੀ ਦੇ ਨਾਲ ਸੰਬੰਧਿਤ ਮਾਮਲਾ ਹੈ। ਸਸਪੈਕਟ ਦੇ ਬਾਰੇ ਵਿੱਚ ਕੋਈ ਵੀ ਡਿਸਕ੍ਰਿਪਸ਼ਨ ਅਤੇ ਜਾਣਕਾਰੀ ਪੁਲਿਸ ਵੱਲੋਂ ਅਜੇ ਸਾਂਝੀ ਨਹੀਂ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅਜੇ ਅਜਿਹੀ ਕੋਈ ਵੀ ਡਿਸਕ੍ਰਿਪਸ਼ਨ ਜਾਂ ਫਿਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ ਕਿਉਂਕਿ ਉਹ ਇਸ ਮਾਮਲੇ ਦੇ ਉੱਪਰ ਪੂਰੀ ਜਾਂਚ ਪੜਤਾਲ ਕਰ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹਰ ਕਿਸੇ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਇਸ ਮਾਮਲੇ ਦੇ ਨਾਲ ਸੰਬੰਧਿਤ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਕਰੇ। ਸਰੀ RCMP ਦੇ ਨਾਲ 6045990502 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕ੍ਰਾਈਮ ਸਟਾਪਰਸ ਨੂੰ 180022228477 ਦੇ ਉੱਪਰ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਅਮਰੀਕਾ ਦੇ ਅਲਾਸਕਾ ਖੇਤਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ 5 ਜਾਣਿਆਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਜੋ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਅਲਾਸਕਾ ਗਲੇਸ਼ੀਅਰ ਦੇ ਉੱਪਰ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ 5 ਜਾਣਿਆਂ ਦੀ ਇਸ ਦੌਰਾਨ ਮੌਤ ਹੋ ਗਈ ਅਤੇ ਇੱਕ ਜ਼ਖਮੀ ਦੱਸਿਆ ਜਾ ਰਿਹਾ ਹੈ। ਅਮਰੀਕਾ ਦੇ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਦੇ ਮੁਤਾਬਕ ਇਹ ਹੈਲੀਕਾਪਟਰ ਅਮਰੀਕਾ ਦੇ ਇਕਰੋਸ ਸ਼ਹਿਰ ਤੋਂ 80 ਕਿਲੋਮੀਟਰ ਈਸਟ ਦੇ ਵਿੱਚ ਜਾ ਕੇ ਹਾਦਸਾਗ੍ਰਸਤ ਹੋ ਗਿਆ। ਇਸ ਦੇ ਵਿੱਚ 5 ਜਾਣਿਆਂ ਦੀ ਜਾਨ ਚਲੀ ਗਈ ਅਤੇ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਥਾਰਟੀ ਵੱਲੋਂ ਵੀ ਆਪਣਾ ਇੱਕ ਬਿਆਨ ਜਾਰੀ ਕੀਤਾ ਗਿਆ ਜਿੱਥੇ ਉਹਨਾਂ ਦੱਸਿਆ ਕਿ ਅਲਾਸਕਾ ਸਟੇਟ ਟਰੂਪਸ ਨੂੰ ਇੱਕ ਹੈਲੀਕਾਪਟਰ ਦੇ ਗਲੇਸ਼ੀਅਰ ਖੇਤਰ ਦੇ ਵਿੱਚ ਹਾਦਸੇ ਦੇ ਬਾਰੇ ਜਾਣਕਾਰੀ ਮਿਲੀ। ਰੈਸਕਿਊ ਟੀਮ ਨੇ ਮੌਕੇ ਦੇ ਉੱਪਰ ਜਾ ਕੇ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਡਾਕਟਰੀ ਦੇਖਭਾਲ ਦੇ ਲਈ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਵੀ ਲੈ ਕੇ ਜਾਇਆ ਗਿਆ ਪਰ ਇਸ ਦੌਰਾਨ 5 ਜਾਣਿਆਂ ਦੀ ਜਾਨ ਚਲੀ ਗਈ। ਇਹ ਜੋ ਹਾਦਸਾ ਵਾਪਰਿਆ ਇਸ ਦੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਇਹੀ ਪਤਾ ਚੱਲਿਆ ਹੈ ਕਿ ਅਲਾਸਕਾ ਗਲੇਸ਼ੀਅਰ ਦੇ ਉੱਪਰ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਦੇ ਵਿੱਚ 5 ਜਾਣਿਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਪੋਰਟ ਐਲਬਰਨੀ ਤੋਂ ਜੋ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਕਤਲ ਹੋਇਆ ਸੀ ਉਸ ਦੇ ਵਿੱਚ ਜਿਹੜਾ ਪੀੜਤ ਹੈ ਜਾਨੀ ਵਿਕਟਮ ਹੈ ਉਸ ਦੀ ਪਹਿਚਾਣ ਨੂੰ ਜਨਤਕ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਜਿਸ ਦੀ ਮੌਤ ਹੋਈ ਹੈ ਉਸ ਦੀ ਉਮਰ 20 ਸਾਲ ਸੀ। ਪੋਰਟ ਐਲਬਰਨੀ ਦੇ ਵਿੱਚ ਜਿਹੜੀ ਕਤਲ ਦੀ ਵਾਰਦਾਤ ਹੋਈ ਹੈ ਉਸ ਦੌਰਾਨ ਮਰਨ ਵਾਲੇ ਦੀ ਪਹਿਚਾਣ ਨੂੰ ਜਨਤਕ ਕਰ ਦਿੱਤਾ ਗਿਆ ਹੈ। ਦੱਸਿਏ ਕਿ ਮਾਮਲਾ ਵੈਂਕੂਵਰ ਆਈਲੈਂਡ ਤੋਂ ਸਾਹਮਣੇ ਆਇਆ ਸੀ ਜਿੱਥੇ RCMP ਵੱਲੋਂ ਹੁਣ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਵਿਕਟਮ ਦੀ ਪਹਿਚਾਣ ਨੂੰ ਜਨਤਕ ਜਾਣੀ ਕਿ ਪਬਲਿਕ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਹ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇਹ ਇੱਕ ਕਤਲ ਦਾ ਮਾਮਲਾ ਸੀ। ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਪੀੜਤ ਦੀ ਉਮਰ 20 ਸਾਲ ਸੀ ਅਤੇ ਇਸ 20 ਸਾਲਾ ਲੜਕੇ ਨੂੰ ਦੱਸਿਆ ਗਿਆ ਹੈ ਕਿ ਉਹ ਪੋਰਟ ਐਲਬਰਨੀ ਇਲਾਕੇ ਦਾ ਰਹਿਣ ਵਾਲਾ ਸੀ। ਇਸ ਵਿਕਟਮ ਦੀ ਛਾਤੀ ਦੇ ਵਿੱਚ ਚਾਕੂ ਦੇ ਨਾਲ ਵਾਰ ਕੀਤੇ ਗਏ ਸਨ। ਇਸ ਮਾਮਲੇ ਦੇ ਵਿੱਚ ਅਜੇ ਵੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੀੜਤ ਅਤੇ ਹਮਲਾਵਰ ਇੱਕ ਦੂਸਰੇ ਨੂੰ ਜਾਣਦੇ ਸਨ। ਇਸ ਦੇ ਨਾਲ ਹੀ ਪੁਲਿਸ ਵੱਲੋਂ तमाम ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਇਸ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਜ਼ਰੂਰ ਸਾਂਝੀ ਕਰੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਜੇਕਰ ਕੋਈ ਪੋਰਟ ਐਲਬਰਨੀ ਦੇ 3500 ਬਲਾਕ ਅਤੇ 4 ਐਵੀਨਿਊ ਜਾਨੀ 4th ਐਵੀਨਿਊ ਦੇ ਇਲਾਕੇ ਦੇ ਵਿੱਚ ਰਿਹਾ ਹੋਵੇ ਤਾਂ ਉਹ ਇਸ ਬਾਰੇ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕਰ ਸਕਦਾ ਹੈ ਕਿਉਂਕਿ ਅਜਿਹਾ ਕਰਨ ਦੇ ਨਾਲ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਪੜਤਾਲ ਕਰਨ ਅਤੇ ਸੱਚ ਜਾਣਨ ਦੇ ਵਿੱਚ ਮਦਦ ਮਿਲੇਗੀ।
ਬਰੁਕਸ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ 50 ਤੋਂ ਲੈ ਕੇ 70 ਵਾਹਨ ਆਪਸ ਦੇ ਵਿੱਚ ਟਕਰਾਏ। ਸੋ ਇਹ ਜਿਹੜਾ ਵੱਡਾ ਹਾਦਸਾ ਵਾਪਰਿਆ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਨਾਲ ਦੀ ਨਾਲ ਲੋਕਾਂ ਨੂੰ ਅਪੀਲ ਕੀਤੀ ਗਈ ਕਿਉਂਕਿ ਇਸ ਦਾ ਕਾਰਨ ਖਰਾਬ ਮੌਸਮ ਸੀ, ਜ਼ੀਰੋ ਵਿਜ਼ਿਬਿਲਿਟੀ ਸੀ। ਇਸ ਕਰਕੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਬਾਹਰ ਨਿਕਲਣ ਤੋਂ ਪਹਿਲਾਂ ਪਰਹੇਜ਼ ਕਰਨ, ਕਿਉਂਕਿ ਜੇਕਰ ਬਹੁਤ ਜ਼ਿਆਦਾ ਹੀ ਜ਼ਰੂਰੀ ਹੋਵੇ ਤਦ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ। ਇਸ ਮੌਕੇ ਦੇ ਉੱਪਰ ਆਪਣੇ ਵਾਹਨ ਨੂੰ ਬਹੁਤ ਘੱਟ ਸਪੀਡ ਦੇ ਉੱਪਰ ਹੀ ਚਲਾਇਆ ਜਾਵੇ। ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਜਿੱਥੇ ਟਰਾਂਸ ਕੈਨੇਡਾ ਹਾਈਵੇ 1 ਅਤੇ ਐਲਬਰਟਾ ਦੇ ਸ਼ਹਿਰ ਬਰੁਕਸ ਨੇੜੇ ਇੱਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਕਈ ਵਾਹਨ ਨੁਕਸਾਨੇ ਗਏ। ਇਸ ਹਾਦਸੇ ਦੇ ਵਿੱਚ ਕਰੀਬ 50 ਤੋਂ ਲੈ ਕੇ 70 ਵਾਹਨ ਤੱਕ ਸ਼ਾਮਲ ਸਨ। ਜੀ ਹਾਂ, ਕੈਲਗਰੀ ਦੇ ਵਿੱਚ ਜੋ ਬਰਫੀਲਾ ਤੂਫਾਨ ਚੱਲ ਰਿਹਾ ਹੈ, ਖਰਾਬ ਮੌਸਮ ਦੇ ਨਾਲ ਹਾਈਵੇ ਦੇ ਉੱਪਰ ਲੈਸ ਵਿਜ਼ਿਬਿਲਿਟੀ ਜਾਣੀ ਕਿ ਘੱਟ ਦ੍ਰਿਸ਼ਟੀ ਅਤੇ ਸਲਿਪਰੀ ਦੇ ਕਾਰਨ ਇਹ ਹਾਦਸਾ ਵਾਪਰਿਆ। ਬਰੁਕਸ RCMP ਵੱਲੋਂ ਇਸ ਮਾਮਲੇ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਹਾਦਸਾ ਪੱਛਮ ਵੱਲ ਜਾਣ ਵਾਲੀ ਲੇਨ ਦੇ ਵਿੱਚ 8 ਵਜੇ ਤੋਂ ਬਾਅਦ ਵਾਪਰਿਆ। ਇਸ ਹਾਦਸੇ ਦੇ ਵਿੱਚ ਲਗਭਗ 50 ਤੋਂ ਲੈ ਕੇ 70 ਵਾਹਨ ਤੱਕ ਜਾਣੀ ਕਿ ਵਹੀਕਲ ਤੱਕ ਸ਼ਾਮਲ ਸਨ। ਇਸ ਮੌਕੇ ਜੋ ਰਿਲੀਜ਼ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ਦੱਸਿਆ ਗਿਆ ਸੀ ਕਿ ਰੇਂਜ ਰੋਡ 142 ਵਿਖੇ ਵੈਸਟਬਾਉਂਡ ਹਾਈਵੇ 1 ਦੇ ਉੱਪਰ ਟ੍ਰੈਫਿਕ ਜਾਮ ਰੁਕਿਆ ਹੋਇਆ ਸੀ। ਇਸ ਮੌਕੇ RCMP ਵੱਲੋਂ ਕਿਹਾ ਗਿਆ ਕਿ ਬਰਫ਼ਬਾਰੀ, ਖਰਾਬ ਮੌਸਮ, ਬਰਫੀਲੀਆਂ ਸੜਕਾਂ ਅਤੇ ਲੈਸ ਵਿਜ਼ਿਬਿਲਿਟੀ ਦੇ ਕਾਰਨ ਲੋਕ ਕਿਸੇ ਵੀ ਟਰੈਵਲ ਤੋਂ ਪਰਹੇਜ਼ ਕਰਨ, ਜਾਣੀ ਕਿ ਹਾਈਵੇ ਦੇ ਉੱਪਰ ਯਾਤਰਾ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪਰ ਫਿਰ ਵੀ ਜੇਕਰ ਤੁਹਾਡੇ ਵਾਸਤੇ ਕਿਤੇ ਜਾਣਾ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਇਸ ਮੌਕੇ ਦੇ ਉੱਪਰ ਖਾਸ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਆਪਣੇ ਵਾਹਨ ਦੀ ਸਪੀਡ ਘੱਟ ਰੱਖੀ ਜਾਵੇ, ਜਾਣੀ ਕਿ ਤੁਸੀਂ ਸਲੋ ਡਰਾਈਵ ਕਰੋ ਅਤੇ ਇਸ ਦੇ ਨਾਲ ਹੀ ਜਾਂਦੇ ਸਮੇਂ ਐਮਰਜੈਂਸੀ ਕਰਮਚਾਰੀਆਂ ਦੇ ਬਾਰੇ ਵੀ ਸੁਚੇਤ ਰਹੋ। ਐਸਟ੍ਰਾਜੈਨੇਕਾ ਵੈਕਸੀਨ ਦੇ ਨਾਲ ਜੁੜਿਆ ਹੋਇਆ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈਂਦਾ, ਕਿਉਂਕਿ ਇਸ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਟੀਕਾ ਲਗਾਇਆ ਗਿਆ ਉਹਨਾਂ ਵਿੱਚੋਂ ਕਈ ਅਜਿਹੇ ਸਨ ਜਿਨ੍ਹਾਂ ਨੂੰ ਬਲੱਡ ਕਲੌਟ ਬਣੇ। ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਲਗਾਤਾਰ ਸਵਾਲ ਪੁੱਛੇ ਜਾ ਰਹੇ ਸਨ। ਹੁਣ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਇਸ ਵੈਕਸੀਨੇਸ਼ਨ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ, ਕੈਨੇਡਾ ਦੀ ਇਮਿਊਨਾਈਜੇਸ਼ਨ ਕੰਪਨੀ ਵੱਲੋਂ, ਏਜੰਸੀ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ 55 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਇਹ ਟੀਕਾ ਨਾ ਲਗਾਇਆ ਜਾਵੇ। ਐਸਟ੍ਰਾਜੈਨੇਕਾ ਵੈਕਸੀਨ ਦੇ ਬਾਰੇ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਹੈ। ਹੁਣ ਕੈਨੇਡਾ ਤੋਂ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇਮਿਊਨਾਈਜੇਸ਼ਨ ਕਮੇਟੀ ਵੱਖ-ਵੱਖ ਪ੍ਰੋਵਿੰਸਾਂ ਨੂੰ ਕਹਿ ਰਹੀ ਹੈ ਕਿ ਇਹ ਟੀਕਾ 55 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਨਾ ਲਗਾਇਆ ਜਾਵੇ। ਜੀ ਹਾਂ, ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਜਾਣੀ ਕਿ NACI ਵੱਖ-ਵੱਖ ਪ੍ਰੋਵਿੰਸਸ ਨੂੰ ਕਹਿ ਰਹੀ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਨੂੰ 55 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਨਾ ਲਗਾਇਆ ਜਾਵੇ। ਇਸ ਟੀਕੇ ਦੇ ਬਾਰੇ ਵਿੱਚ ਅਪਡੇਟਡ ਗਾਈਡਲਾਈਨਸ ਜਲਦ ਹੀ ਜਾਰੀ ਕੀਤੀਆਂ ਜਾਣਗੀਆਂ। ਜੋ ਬਲੱਡ ਕਲੌਟ ਦੇ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਰਹੇ ਸੀ ਉਸ ਤੋਂ ਬਾਅਦ ਇਹ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੈਨੇਡਾ ਨੂੰ 1.5 ਮਿਲੀਅਨ ਡੋਜ਼ਸ ਇਸ ਟੀਕੇ ਦੀਆਂ US ਤੋਂ ਕੱਲ ਨੂੰ ਮਿਲਣ ਵਾਲੀਆਂ ਨੇ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਨੂੰ ਅਪਰੂਵ ਕੀਤਾ ਗਿਆ ਸੀ। ਪਰ ਬਾਅਦ ਦੇ ਵਿੱਚ ਜਦੋਂ ਬਲੱਡ ਕਲੌਟ ਦੇ ਮਾਮਲੇ ਸਾਹਮਣੇ ਆਏ ਤੇ ਉਸ ਤੋਂ ਬਾਅਦ ਫਿਰ ਤੋਂ ਕੈਨੇਡਾ ਇਸ ਉੱਪਰ ਵਿਚਾਰ ਕਰ ਰਿਹਾ ਹੈ, ਜਾਣੀ ਕਿ ਇਸ ਦੀਆਂ ਅਪਡੇਟਡ ਗਾਈਡਲਾਈਨਸ ਜਾਰੀ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਪ੍ਰਿੰਸ ਐਡਵਰਡ ਆਈਲੈਂਡ ਅਤੇ ਕਿਊਬੈਕ ਵੱਲੋਂ 55 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਇਹ ਟੀਕਾ ਨਾ ਲਗਾਉਣ ਦੀ ਗੱਲ ਕਹੀ ਗਈ ਹੈ। ਪ੍ਰਿੰਸ ਐਡਵਰਡ ਆਈਲੈਂਡ ਦੇ ਹੈਲਥ ਡਿਪਾਰਟਮੈਂਟ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਵੱਲੋਂ ਇਸ ਵੈਕਸੀਨ ਦੇ ਇਸਤੇਮਾਲ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ। ਉਧਰ ਓਨਟਾਰੀਓ ਦੇ ਪ੍ਰੀਮੀਅਰ ਨੂੰ ਜਦੋਂ ਇਸ ਵੈਕਸੀਨ ਦੇ ਬਾਰੇ ਵਿੱਚ ਸਵਾਲ ਪੁੱਛਿਆ ਗਿਆ ਤਾਂ ਡਗ ਫੋਰਡ ਨੇ ਕਿਹਾ ਕਿ ਉਹਨਾਂ ਵੱਲੋਂ NACI ਦੀਆਂ ਗਾਈਡਲਾਈਨਸ ਹੀ ਮੰਨੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਬਲੱਡ ਕਲੌਟ ਦੇ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਰਹੇ ਨੇ ਤੇ ਉਹਨਾਂ ਨੂੰ ਇਸ ਦੇ ਕੈਂਸਲ ਜਾਣੀ ਕਿ ਇਸ ਵੈਕਸੀਨ ਨੂੰ ਕੈਂਸਲ ਕਰਨ ਦੇ ਵਿੱਚ ਕੋਈ ਵੀ ਝਿਜਕ ਨਹੀਂ ਹੋਵੇਗੀ। ਇਸ ਦੇ ਨਾਲ ਹੀ ਫੋਰਡ ਵੱਲੋਂ ਇਹ ਵੀ ਦੱਸਿਆ ਗਿਆ ਕਿ ਫੈਡਰਲ ਸਰਕਾਰ ਵੱਲੋਂ ਕਿਹਾ ਗਿਆ ਕਿ 55 ਸਾਲ ਤੋਂ ਵੱਧ ਵਾਲਿਆਂ ਦੇ ਲਈ ਇਹ ਟੀਕਾ ਸੁਰੱਖਿਅਤ ਹੈ। ਕਿਊਬੈਕ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ 55 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਲਈ ਐਸਟ੍ਰਾਜੈਨੇਕਾ ਵੈਕਸੀਨ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਇਸ ਦੇ ਉੱਪਰ ਪ੍ਰੋਵਿੰਸ ਵੱਲੋਂ ਕੁਝ ਸਮੇਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ। ਕੈਨੇਡਾ ਵੱਲੋਂ ਕੋਵਿਡ-19 ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਨੂੰ ਇਸ ਹਫ਼ਤੇ 3.3 ਮਿਲੀਅਨ ਡੋਜ਼ਸ ਵੱਖ-ਵੱਖ ਫਾਰਮਾਸਿਊਟੀਕਲ ਕੰਪਨੀਆਂ ਤੋਂ ਮਿਲਣਗੀਆਂ। ਇਸ ਦੇ ਵਿੱਚ ਉਹ ਵੀ ਸ਼ਾਟਸ ਹੋਣਗੇ ਜਿਹੜੇ ਕੈਨੇਡਾ ਵੱਲੋਂ US ਤੋਂ ਲੋਨ ਲਏ ਗਏ। ਕੋਵਿਡ-19 ਵੈਕਸੀਨ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਕੈਨੇਡਾ ਨੂੰ ਇਸ ਹਫ਼ਤੇ 3.3 ਮਿਲੀਅਨ ਵੈਕਸੀਨ ਡੋਜ਼ ਮਿਲਣਗੀਆਂ। ਇਸ ਦੇ ਵਿੱਚ ਉਹ ਵੀ ਸ਼ਾਟਸ ਮੌਜੂਦ ਨੇ ਜਿਹੜੇ ਕੈਨੇਡਾ ਵੱਲੋਂ US ਤੋਂ ਲੋਨ ਦੇ ਤੌਰ ਦੇ ਉੱਪਰ ਲਏ ਜਾ ਰਹੇ ਨੇ।
ਆਉਣ ਵਾਲੇ ਦਿਨਾਂ ਦੌਰਾਨ ਵੱਖ-ਵੱਖ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ 3.3 ਮਿਲੀਅਨ ਕੋਰੋਨਾ ਵੈਕਸੀਨ ਸ਼ਾਟ ਕੈਨੇਡਾ ਨੂੰ ਭੇਜੇ ਜਾਣਗੇ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਫਾਈਜ਼ਰ ਅਤੇ ਬਾਇਓਟੈਕ ਇਸ ਹਫ਼ਤੇ ਕੈਨੇਡਾ ਨੂੰ 1.2 ਮਿਲੀਅਨ ਡੋਜ਼ ਭੇਜੇਗਾ। ਇਸ ਦੇ ਨਾਲ ਹੀ ਫੈਡਰਲ ਸਰਕਾਰ ਨੂੰ ਉਮੀਦ ਹੈ ਕਿ ਉਹਨਾਂ ਨੂੰ 1.5 ਮਿਲੀਅਨ ਡੋਜ਼ਸ ਆਕਸਫੋਰਡ ਐਸਟ੍ਰਾਜੈਨੇਕਾ ਵੈਕਸੀਨ ਦੀਆਂ ਵੀ ਪਹੁੰਚਣਗੀਆਂ, ਜੋ ਕਿ ਕੱਲ ਨੂੰ ਯੂਨਾਈਟਿਡ ਸਟੇਟਸ ਤੋਂ ਆਉਣਗੀਆਂ। ਇਸ ਦੇ ਨਾਲ ਹੀ ਸਰਕਾਰ ਵੱਲੋਂ ਦੱਸਿਆ ਗਿਆ ਕਿ ਵੀਰਵਾਰ ਤੱਕ ਮੋਡਰਨਾ ਵੈਕਸੀਨ ਦੀਆਂ 6 ਲੱਖ ਡੋਜ਼ਸ ਕੈਨੇਡਾ ਨੂੰ ਪਹੁੰਚਣਗੀਆਂ, ਜੋ ਕਿ ਉਮੀਦ ਤੋਂ ਇੱਕ ਹਫ਼ਤਾ ਲੇਟ ਹਨ। ਪਿਛਲੇ ਹਫ਼ਤੇ ਮੋਡਰਨਾ ਵੱਲੋਂ ਕੈਨੇਡਾ ਨੂੰ 8,46,000 ਸ਼ਾਟਸ ਦੀ ਸ਼ਿਪਮੈਂਟ ਕੀਤੀ ਜਾਣੀ ਸੀ। ਇਸ ਦੇ ਨਾਲ ਹੀ ਪਬਲਿਕ ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਵੀ ਵੈਕਸੀਨੇਸ਼ਨ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੋਵਿਡ-19 ਦੀ ਅਪਡੇਟ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2448 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 19 ਮੌਤਾਂ ਦਰਜ ਕੀਤੀਆਂ ਗਈਆਂ। ਟੋਰਾਂਟੋ ਤੋਂ 780, ਪੀਲ ਰੀਜਨ ਤੋਂ 356, ਯਾਰਕ ਰੀਜਨ ਤੋਂ 278, ਦੁਰਹਮ ਰੀਜਨ ਤੋਂ 219, ਆਟਵਾ ਤੋਂ 150 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹਸਪਤਾਲ ਦੇ ਵਿੱਚ 917 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 366 ਇੰਟੈਂਸਿਵ ਕੇਅਰ ਅਧੀਨ ਅਤੇ 217 ਵੈਂਟੀਲੇਟਰ ਦੇ ਉੱਪਰ ਨੇ। ਬੀਤੇ 24 ਘੰਟਿਆਂ ਦੌਰਾਨ 50,200 ਦੇ ਕਰੀਬ ਟੈਸਟ ਕੀਤੇ ਗਏ। ਓਨਟਾਰੀਓ ਦੇ 11 ਰੀਜਨਸ ਦੇ ਵਿੱਚ ਜਾਣੀ ਕਿ ਓਨਟਾਰੀਓ ਦੇ 11 ਖੇਤਰਾਂ ਦੇ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 891 ਮਾਮਲੇ ਸਾਹਮਣੇ ਆਏ ਅਤੇ 5 ਮੌਤਾਂ ਦਰਜ ਕੀਤੀਆਂ ਗਈਆਂ। ਹੁਣ ਤੱਕ ਇੱਥੇ 3,09,202 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। 10,651 ਮੌਤਾਂ ਹੋ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 477 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 120 ਇੰਟੈਂਸਿਵ ਕੇਅਰ ਅਧੀਨ ਹਨ। ਬੀਤੇ 24 ਘੰਟਿਆਂ ਦੌਰਾਨ 28,801 ਡੋਜ਼ ਵੈਕਸੀਨ ਦੀਆਂ ਦਿੱਤੀਆਂ ਗਈਆਂ। ਮੈਨੀਟੋਬਾ ਤੋਂ 136 ਕੋਰੋਨਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਇੱਥੇ 53 ਕੋਰੋਨਾ ਦੇ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 9,68,000 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 22,894 ਦੇ ਕਰੀਬ ਹੁਣ ਤੱਕ ਜਾਨਾਂ ਜਾ ਚੁੱਕੀਆਂ ਨੇ। ਕੈਨੇਡਾ ਦੇ ਅੰਦਰ 9,01,000 ਦੇ ਕਰੀਬ ਰਿਕਵਰਡ ਕੇਸ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 3 ਹਫ਼ਤਿਆਂ ਦੇ ਲਈ ਸਖਤੀਆਂ, ਅੱਜ ਰਾਤ ਤੋਂ ਸਖਤੀਆਂ ਲਾਗੂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1000 ਕਿਲੋਗ੍ਰਾਮ ਅਫੀਮ ਬਰਾਮਦ, ਸਮੁੰਦਰੀ ਰਸਤੇ ਲੈ ਕੇ ਜਾ ਰਹੇ ਸਨ ਅਫੀਮ। ਠੰਡ ਦੇ ਮੌਸਮ ਦੇ ਵਿੱਚ ਵੀ ਕਿਸਾਨਾਂ ਦੇ ਲਈ ਵੱਡਾ ਪ੍ਰਦਰਸ਼ਨ, ਕੱਲ ਕਿਸਾਨਾਂ ਦੇ ਲਈ ਕੈਨੇਡਾ ਤੋਂ ਆ ਸਕਦਾ ਹੈ ਵੱਡਾ ਫੈਸਲਾ। ਟਰੂਡੋ ਹੋਏ ਚੀਨ ਦੇ ਸਖਤ ਖਿਲਾਫ, ਚੁੱਕਿਆ ਮਨੁੱਖੀ ਅਧਿਕਾਰਾਂ ਦਾ ਮੁੱਦਾ। ਨਕਲੀ ਕੋਰੋਨਾ ਰਿਪੋਰਟ ਦਿਖਾਉਣ ਵਾਲਿਆਂ ਦੇ ਉੱਪਰ ਕੈਨੇਡਾ ਸਖਤ, 30 ਨਕਲੀ ਕੋਰੋਨਾ ਰਿਪੋਰਟ ਦਿਖਾਉਣ ਵਾਲੇ ਕੀਤੇ ਕਾਬੂ। ਕੈਨੇਡਾ ਵੱਲੋਂ PR ਔਰਤ ਰਿਪੋਰਟ ਕਈ ਦੋਸ਼ਾਂ ਦੇ ਹੇਠ ਹੋਈ ਸੀ ਜੇਲ੍ਹ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।